ਹੈਲੋ ਦੋਸਤੋ, ਵੈਲਕਮ ਬੈਕ ਮਾਈ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ ਆਫੀਸ਼ੀਅਲ YouTube ਚੈਨਲ ਤੇ। ਦੋਸਤੋ, ਅੱਜ ਦੀ ਕਲਾਸ ਦੇ ਵਿੱਚ ਮੈਂ ਤੁਹਾਡੇ ਲਈ 1000 ਪੋਲਿਟੀ ਦੇ ਮੋਸਟ ਇੰਪੋਰਟੈਂਟ ਕੁਐਸਚਨ ਦਾ ਸੈੱਟ 2 ਵੀਡੀਓ ਲੈ ਕੇ ਆਇਆ ਹਾਂ। ਮੈਂ ਹਰ ਇੱਕ ਸੈੱਟ ਦੇ ਵਿੱਚ ਤੁਹਾਨੂੰ ਮੋਸਟ ਇੰਪੋਰਟੈਂਟ ਪੋਲਿਟੀ ਦੇ ਕੁਐਸਚਨਸ ਕਵਰ ਕਰਵਾਵਾਂਗਾ। ਦੋਸਤੋ, ਇਹ ਸਾਰੇ ਕੁਐਸਚਨਸ ਇੰਨੇ ਜ਼ਿਆਦਾ ਇੰਪੋਰਟੈਂਟ ਨੇ, ਅਗਰ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਇਹ ਵੀਡੀਓ ਅਤੇ ਇਸ ਦਾ ਹਰ ਇੱਕ ਪਾਰਟ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਕਾਫੀ ਇੰਪੋਰਟੈਂਟ ਰਹਿਣ ਵਾਲਾ ਹੈ। ਤੇ ਦੋਸਤੋ, ਜੇਕਰ ਤੁਸੀਂ ਇਸ ਕਲਾਸ ਦਾ PDF ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ। ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਤਾਂ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨੋਟੀਫਿਕੇਸ਼ਨ ਬਟਨ ਨੂੰ ਔਨ ਕਰ ਲੈਣ, ਤਾਂ ਜੋ ਤੁਹਾਨੂੰ ਹਰ ਇੱਕ ਕਲਾਸ ਦਾ ਟਾਈਮ ਟੂ ਟਾਈਮ ਪਤਾ ਲੱਗਦਾ ਰਹੇ। ਤਾਂ ਚਲੋ ਦੋਸਤੋ, ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ। ਅੱਜ ਦਾ ਕੁਐਸਚਨ ਨੰਬਰ 1, ਅਸੀਂ ਭਾਰਤ ਦੇ ਲੋਕ ਵੀ ਦਾ ਪੀਪਲ ਆਫ ਇੰਡੀਆ ਸ਼ਬਦਾਂ ਦਾ ਪ੍ਰਯੋਗ ਸੰਵਿਧਾਨ ਵਿੱਚ ਕਿੱਥੇ ਕੀਤਾ ਗਿਆ ਹੈ। ਠੀਕ ਹੈ, ਜਿਹੜੇ ਇਹ ਸ਼ਬਦ ਨੇ ਵੀ ਦਾ ਪੀਪਲ ਆਫ ਇੰਡੀਆ, ਇਹ ਸ਼ਬਦ ਸੰਵਿਧਾਨ ਦੇ ਵਿੱਚ ਕਿੱਥੇ ਯੂਜ਼ ਕੀਤੇ ਗਏ ਨੇ। ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ? ਤਾਂ ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ B, ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ। ਆਪਾਂ ਸੰਵਿਧਾਨ ਦੀ ਪ੍ਰਸਤਾਵਨਾ ਰਿਲੇਟਡ ਜਿੰਨੇ ਵੀ ਕੁਐਸਚਨਸ ਆਉਂਦੇ ਨੇ ਆਪਾਂ ਉਹਨਾਂ ਕੁਐਸਚਨਸ ਨੂੰ ਵੀ ਕਵਰ ਕਰ ਲੈਂਦੇ ਹਾਂ। ਦੋਸਤੋ, ਜੇਕਰ ਐਗਜ਼ਾਮ ਦੇ ਵਿੱਚ ਤੁਹਾਡੇ ਤੋਂ ਇਹ ਕੁਐਸਚਨ ਪੁੱਛਿਆ ਜਾਵੇ ਕਿ ਇਹ ਜੋ ਭਾਰਤ ਦੀ ਪ੍ਰਸਤਾਵਨਾ ਹੈ ਇਹ ਕਿਹੜੇ ਦੇਸ਼ ਤੋਂ ਲਈ ਗਈ ਹੈ, ਤਾਂ ਤੁਹਾਡਾ ਆਨਸਰ ਕੀ ਰਹੇਗਾ? ਤਾਂ ਇਹ ਅਮਰੀਕਾ ਦੇਸ਼ ਤੋਂ ਲਈ ਗਈ ਹੈ। ਠੀਕ ਹੈ, ਜਿਹੜੀ ਭਾਰਤ ਦੀ ਪ੍ਰਸਤਾਵਨਾ ਹੈ ਇਹ ਅਮਰੀਕਾ ਦੇਸ਼ ਤੋਂ ਲਈ ਗਈ ਹੈ। ਠੀਕ ਹੈ, ਜੇਕਰ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਵੇ ਕਿ ਸੰਵਿਧਾਨ ਦੀ ਜੋ ਪ੍ਰਸਤਾਵਨਾ ਹੈ ਇਸ ਦੀ ਭਾਸ਼ਾ ਹੈ ਉਹ ਕਿਹੜੇ ਦੇਸ਼ ਤੋਂ ਲਈ ਗਈ ਹੈ, ਤਾਂ ਇਹ ਪ੍ਰਸਤਾਵਨਾ ਦੀ ਭਾਸ਼ਾ ਜਿਹੜੇ ਦੇਸ਼ ਤੋਂ ਲਈ ਗਈ ਉਸ ਦਾ ਨਾਮ ਹੈਗਾ ਆਸਟ੍ਰੇਲੀਆ। ਇਹ ਆਸਟ੍ਰੇਲੀਆ ਦੇਸ਼ ਤੋਂ ਲਈ ਗਈ ਹੈ। ਠੀਕ ਹੈ ਦੋਸਤੋ, ਇਹ ਤੁਸੀਂ ਯਾਦ ਰੱਖਿਓ, ਇਹ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਕਾਫੀ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਅਤੇ ਨਾਲ ਦੀਆਂ ਤੁਸੀਂ ਕਾਪੀ ਦੇ ਨੋਟਸ ਵੀ ਤਿਆਰ ਕਰਦੇ ਜਾਏ, ਕਿਉਂਕਿ ਇਹਨਾਂ ਤੋਂ ਬਾਹਰ ਕੋਈ ਵੀ ਕੁਐਸਚਨ ਨਹੀਂ ਆਵੇਗਾ ਐਗਜ਼ਾਮ ਦੇ ਵਿੱਚ। ਠੀਕ ਹੈ, ਵੱਧਦੇ ਆਪਾਂ ਅਗਲੇ ਕੁਐਸਚਨ 'ਤੇ। ਕੁਐਸਚਨ ਨੰਬਰ 2, ਭਾਰਤੀ ਸੰਵਿਧਾਨ ਵਿੱਚ ਅਨੁਛੇਦ 19 ਪ੍ਰਦਾਨ ਕਰਦਾ ਹੈ। ਠੀਕ ਹੈ, ਉਹ ਕੀ ਪ੍ਰਦਾਨ ਕਰਦਾ? ਜਿਹੜਾ ਭਾਰਤੀ ਸੰਵਿਧਾਨ ਦਾ ਅਨੁਛੇਦ ਨੰਬਰ 19 ਉਸ ਦੇ ਵਿੱਚ ਕੀ ਹੈ? ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਇਹ 6 ਪ੍ਰਕਾਰ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ। ਠੀਕ ਹੈ, ਉਹ ਕਿਹੜੀ ਕਿਹੜੀ ਸੁਤੰਤਰਤਾ ਹੈ? ਉਹ ਹੈਗੇ ਵਿਚਾਰ ਅਤੇ ਅਭਿਵਿਅਕਤੀ। ਨੰਬਰ 1 ਵਿਚਾਰ ਅਤੇ ਅਭਿਵਿਅਕਤੀ ਦੀ ਸੁਤੰਤਰਤਾ, ਸ਼ਾਂਤੀਪੂਰਨ ਸੰਮੇਲਨ ਹੋ ਗਿਆ। ਠੀਕ ਹੈ, ਸਮੁਦਾਇ ਅਤੇ ਸੰਘ ਨਿਰਮਾਣ, ਸਮੁਦਾਇ ਸੰਘ ਨਿਰਮਾਣ ਹੋ ਗਿਆ। ਠੀਕ ਹੈ, ਨਿਵਾਸ ਅਤੇ ਕੰਮ ਕਰਨ ਦੀ ਸੁਤੰਤਰਤਾ। ਠੀਕ ਹੈ, ਕੰਮ ਕਰਨ ਦੀ ਸੁਤੰਤਰਤਾ ਇਹ ਅਨੁਛੇਦ ਨੰਬਰ 19 ਦੁਆਰਾ ਪ੍ਰਦਾਨ ਕੀਤੇ ਗਏ ਨੇ। ਠੀਕ ਹੈ, 6 ਪ੍ਰਕਾਰ ਦੀ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ ਭਾਰਤੀ ਸੰਵਿਧਾਨ ਦੇ ਵਿੱਚ। ਵੱਧਦੇ ਨੈਕਸਟ ਕੁਐਸਚਨ 'ਤੇ। ਭਾਰਤੀ ਸੰਵਿਧਾਨ ਦੀ ਰਾਜ ਦੀ ਨੀਤੀ ਨਿਰਦੇਸ਼ਕ ਸਿਧਾਂਤ ਦਾ ਵਿਚਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ? ਠੀਕ ਹੈ, ਜਿਹੜਾ ਨੀਤੀ ਨਿਰਦੇਸ਼ਕ ਰਾਜ ਦਾ ਨੀਤੀ ਨਿਰਦੇਸ਼ਕ ਸਿਧਾਂਤ ਹੈ ਉਹ ਦੇਸ਼ ਦੇ ਕਿਹੜੇ ਸੰਵਿਧਾਨ ਤੋਂ ਲਿਆ ਗਿਆ ਹੈ? ਤਾਂ ਇਸ ਦਾ ਆਨਸਰ ਕੀ ਹੈ ਆਪਣੇ ਕੋਲ? ਤਾਂ ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ A, ਆਇਰਲੈਂਡ ਦੇਸ਼ ਤੋਂ ਲਿਆ ਗਿਆ ਹੈ। ਠੀਕ ਹੈ, ਜੇਕਰ ਗੱਲ ਕਰੀਏ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਨੂੰ ਆਪਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਦੇ ਨਾਮ ਨਾਲ ਵੀ ਜਾਣਦੇ ਹਾਂ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਪ੍ਰਿੰਸੀਪਲ ਆਫ ਸਟੇਟ ਪੋਲਿਸੀ ਦੇ ਨਾਮ ਨਾਲ ਵੀ ਜਾਣਦੇ ਹਾਂ। ਜੇਕਰ ਦੋਸਤੋ ਐਗਜ਼ਾਮ ਦੇ ਵਿੱਚ ਤੁਹਾਡੇ ਤੋਂ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਸੰਵਿਧਾਨ ਦੇ ਕਿਸ ਭਾਗ ਵਿੱਚ ਰਾਜ ਦੀ ਨੀਤੀ ਨਿਰਦੇਸ਼ਕ ਸਿਧਾਂਤ ਬਾਰੇ ਦੱਸਿਆ ਗਿਆ ਹੈ, ਤਾਂ ਤੁਹਾਡਾ ਆਨਸਰ ਕੀ ਰਹੇਗਾ? ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਦੱਸਿਆ ਗਿਆ ਹੈ? ਤਾਂ ਤੁਹਾਡਾ ਆਨਸਰ ਰਹੇਗਾ ਭਾਗ 4 ਦੇ ਵਿੱਚ। ਭਾਗ 4 ਦੇ ਸੰਵਿਧਾਨ ਦੇ ਭਾਗ 4 ਦੇ ਵਿੱਚ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਬਾਰੇ ਦੱਸਿਆ ਗਿਆ। ਜੇਕਰ ਐਗਜ਼ਾਮ ਦੇ ਵਿੱਚ ਇਵੇਂ ਕੁਐਸਚਨ ਪੁੱਛ ਲਿਆ ਜਾਵੇ ਕਿ ਜਿਹੜੇ ਅਨੁਛੇਦ ਨੇ ਕਿਹੜੇ ਅਨੁਛੇਦ ਦੇ ਵਿੱਚ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਬਾਰੇ ਦੱਸਿਆ ਗਿਆ, ਤਾਂ ਤੁਹਾਡਾ ਆਨਸਰ ਕੀ ਰਹੇਗਾ? ਤਾਂ ਆਨਸਰ ਰਹੇਗਾ 36 ਤੋਂ ਲੈ ਕੇ 51 ਨੰਬਰ ਅਨੁਛੇਦ ਦੇ ਵਿੱਚ। 36 ਤੋਂ 51 ਨੰਬਰ ਅਨੁਛੇਦ ਦੇ ਵਿੱਚ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਬਾਰੇ ਦੱਸਿਆ ਗਿਆ ਹੈ। ਠੀਕ ਹੈ ਦੋਸਤੋ, ਵੱਧਦੇ ਆਪਾਂ ਅਗਲੇ ਕੁਐਸਚਨ 'ਤੇ। ਕਿਸ ਅਨੁਛੇਦ ਦੇ ਤਹਿਤ ਭਾਰਤ ਵਿੱਚ ਸੰਘ ਲੋਕ ਸੇਵਾ ਆਯੋਗ UPSC ਦੀ ਸਥਾਪਨਾ ਕੀਤੀ ਗਈ ਹੈ? ਠੀਕ ਹੈ ਦੋਸਤੋ, ਤਾਂ ਇਸ ਦਾ ਆਨਸਰ ਕੀ ਹੈ? ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ? ਤਾਂ ਇਸ ਦਾ ਆਨਸਰ ਆਪਣੇ ਕੋਲ ਆਪਸ਼ਨ ਨੰਬਰ C, ਅਨੁਛੇਦ ਨੰਬਰ 315 ਦੇ ਵਿੱਚ। ਅਨੁਛੇਦ ਨੰਬਰ 15 ਦੇ ਵਿੱਚ ਭਾਰਤ ਵਿੱਚ ਸੰਘ ਲੋਕ ਸੇਵਾ ਆਯੋਗ UPSC ਦੀ ਸਥਾਪਨਾ ਕੀਤੀ ਗਈ। ਅਨੁਛੇਦ 315 ਦੇ ਤਹਿਤ UPSC ਦੀ ਸਥਾਪਨਾ ਕੀਤੀ ਗਈ ਹੈ। ਠੀਕ ਹੈ ਦੋਸਤੋ, ਵੱਧਦੇ ਆਪਾਂ ਨੈਕਸਟ ਕੁਐਸਚਨ 'ਤੇ। ਲੋਕ ਸਭਾ ਸਪੀਕਰ ਡੈਸ਼ ਸਾਲ ਤੱਕ ਅਵਧੀ ਤੱਕ ਕੰਮ ਕਰ ਸਕਦਾ ਹੈ। ਠੀਕ ਹੈ, ਜਿਹੜਾ ਲੋਕ ਸਭਾ ਦਾ ਸਪੀਕਰ ਹੈ ਉਹ ਕਿੰਨੇ ਸਾਲ ਤੱਕ ਕੰਮ ਕਰ ਸਕਦਾ ਹੈ? ਤਾਂ ਇਸ ਦਾ ਆਨਸਰ ਕੀ ਹੈ? ਤਾਂ ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ B, 5 ਸਾਲ ਤੱਕ। ਜਿਹੜਾ ਲੋਕ ਸਭਾ ਦਾ ਸਪੀਕਰ ਹੈ ਉਹ 5 ਸਾਲ ਤੱਕ ਕੰਮ ਕਰ ਸਕਦਾ ਹੈ। ਠੀਕ ਹੈ, ਵੱਧਦੇ ਹਾਂ ਅਗਲੇ ਨੈਕਸਟ ਕੁਐਸਚਨ 'ਤੇ। ਮੌਲਿਕ ਕਰਤੱਵ ਫੰਡਾਮੈਂਟਲਸ ਡਿਊਟੀ ਨੂੰ ਡੈਸ਼ ਸੰਸ਼ੋਧਨ ਦੁਆਰਾ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ। ਠੀਕ ਹੈ, ਜਿਹੜੇ ਫੰਡਾਮੈਂਟਲਸ ਡਿਊਟੀ ਨੇ ਉਹਨਾਂ ਨੂੰ ਕਿਹੜੇ ਸੰਸ਼ੋਧਨ ਦੇ ਤਹਿਤ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ?
ਤਾਂ ਇਸ ਦਾ ਆਨਸਰ ਕੀ ਰਹੇਗਾ। ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ ਦੇ ਵਿੱਚ ਕਾਫੀ ਵਾਰ ਰਿਪੀਟ ਹੋ ਚੁੱਕਿਆ ਇਹ PSSB PPSC ਦੇ ਐਗਜ਼ਾਮ ਦੇ ਵਿੱਚ ਲਾਜ਼ਮੀ ਆਉਣਾ ਹੀ ਆਉਣਾ ਇਹ ਕੁਐਸਚਨ। ਠੀਕ ਹੈ ਦੋਸਤੋ, ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ। ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਏ। 42ਵੇਂ ਸੰਵਿਧਾਨ ਸੰਸ਼ੋਧਨ ਦੇ ਤਹਿਤ ਫੰਡਾਮੈਂਟਲਸ ਡਿਊਟੀ ਨੂੰ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ 42ਵੇਂ ਸੰਵਿਧਾਨ ਸੰਸ਼ੋਧਨ ਦੇ ਤਹਿਤ। ਠੀਕ ਹੈ ਦੋਸਤੋ, ਆਪਾਂ ਕੁਝ ਇੱਥੇ ਮੌਲਿਕ ਕਰਤੱਵਾਂ ਦੀ ਗੱਲ ਕੀਤੀ ਗਈ, ਆਪਾਂ ਕੁਝ ਮੌਲਿਕ ਕਰਤੱਵਾਂ ਦੇ ਨਾਲ ਮਿਲਦੇ ਜੁਲਦੇ ਕੁਐਸਚਨਸ ਕਰ ਲੈਂਦੇ ਹਾਂ। ਜੇਕਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਜਿਹੜੇ ਮੌਲਿਕ ਕਰਤੱਵ ਨੇ ਉਹ ਸੰਵਿਧਾਨ ਦੇ ਕਿਸ ਭਾਗ ਵਿੱਚੋਂ ਲਏ ਗਏ ਨੇ, ਤਾਂ ਤੁਹਾਡਾ ਆਨਸਰ ਕੀ ਰਹੇਗਾ। ਤਾਂ ਜਿਹੜੇ ਮੌਲਿਕ ਕਰਤੱਵ ਨੇ ਇਹ ਸੰਵਿਧਾਨ ਦੇ ਭਾਗ 4A ਭਾਗ 4A ਦੇ ਵਿੱਚੋਂ ਲਏ ਗਏ ਨੇ। ਜੇਕਰ ਐਗਜ਼ਾਮ ਦੇ ਵਿੱਚ ਤੁਹਾਡੇ ਤੋਂ ਇਹ ਪੁੱਛਿਆ ਜਾਵੇ ਕਿ ਜਿਹੜੇ ਮੌਲਿਕ ਕਰਤੱਵ ਨੇ ਇਹਨਾਂ ਬਾਰੇ ਕਿਸ ਅਨੁਛੇਦ ਵਿੱਚ ਦੱਸਿਆ ਗਿਆ ਹੈ, ਤਾਂ ਤੁਹਾਡਾ ਆਨਸਰ ਕੀ ਹੈ। ਤਾਂ ਤੁਹਾਡਾ ਆਨਸਰ ਰਹੇਗਾ 51A ਨੰਬਰ ਅਨੁਛੇਦ ਦੇ ਵਿੱਚ ਇਹ ਦੱਸਿਆ ਗਿਆ ਹੈ। ਠੀਕ ਹੈ, ਤੇ ਜਿਹੜੇ ਮੌਲਿਕ ਕਰਤੱਵ ਨੇ ਕਿਸ ਦੇਸ਼ ਤੋਂ ਲਏ ਗਏ ਨੇ, ਤਾਂ ਤੁਹਾਡਾ ਆਨਸਰ ਰਹੇਗਾ ਰੂਸ ਦੇਸ਼ ਤੋਂ ਮੌਲਿਕ ਕਰਤੱਵਾਂ ਫੰਡਾਮੈਂਟਲਸ ਡਿਊਟੀਜ਼ ਨੂੰ ਲਿਆ ਗਿਆ ਹੈ। ਠੀਕ ਹੈ ਦੋਸਤੋ, ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ, ਇਸ ਨੂੰ ਵੀ ਤੁਸੀਂ ਧਿਆਨ ਰੱਖਿਓ। ਠੀਕ ਹੈ, ਵੱਧਦੇ ਆਪਾਂ ਅਗਲੇ ਕੁਐਸਚਨ ਤੇ। ਕੁਐਸਚਨ ਨੰਬਰ 7, ਭਾਰਤ ਦੇ ਰਾਸ਼ਟਰਪਤੀ ਨੂੰ ਉਸਦੇ ਪਦ ਤੋਂ ਕੌਣ ਹਟਾ ਸਕਦਾ ਹੈ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ। ਤਾਂ ਭਾਰਤ ਦੇ ਰਾਸ਼ਟਰਪਤੀ ਉਸਦੇ ਪਦ ਤੋਂ ਕੌਣ ਹਟਾ ਸਕਦਾ ਹੈ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਬੀ, ਸੰਸਦ। ਠੀਕ ਹੈ, ਜਿਹੜੀ ਸੰਸਦ ਹੈ ਉਹ ਰਾਸ਼ਟਰਪਤੀ ਨੂੰ ਆਪਣੇ ਪਦ ਤੋਂ ਹਟਾ ਸਕਦੀ ਹੈ। ਠੀਕ ਹੈ, ਵੱਧਦੇ ਆਪਾਂ ਅਗਲੇ ਕੁਐਸਚਨ ਤੇ। ਕੁਐਸਚਨ ਨੰਬਰ 8, ਕਿਸ ਅਧਿਨਿਯਮ ਦੇ ਦੁਆਰਾ ਕਲਕੱਤਾ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਸੀ। ਠੀਕ ਹੈ, ਕਿਸ ਅਧਿਨਿਯਮ ਦੇ ਦੁਆਰਾ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਹੈ ਦੋਸਤੋ। ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਰੈਗੂਲੇਟਿੰਗ ਐਕਟ 1773। ਰੈਗੂਲੇਟਿੰਗ ਐਕਟ 1773 ਦੇ ਅਧਿਨਿਯਮ ਦੇ ਤਹਿਤ ਕਲਕੱਤਾ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਸੀ। ਠੀਕ ਹੈ ਦੋਸਤੋ, ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ। ਵੱਧਦੇ ਆਪਾਂ ਅਗਲੇ ਕੁਐਸਚਨ ਤੇ। ਕਿਸ ਅਧਿਨਿਯਮ ਦੇ ਅੰਤਰਗਤ ਭਾਰਤੀ ਵਿਧਾਨ ਪਰਿਸ਼ਦ ਨੂੰ ਬਜਟ ਉੱਪਰ ਚਰਚਾ ਕਰਨ ਦੀ ਸ਼ਕਤੀ ਪ੍ਰਾਪਤ ਹੈ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਹੈ ਆਪਣਾ। ਤਾਂ ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਸੀ, ਭਾਰਤੀ ਪਰਿਸ਼ਦ ਅਧਿਨਿਯਮ 1892 ਅਧਿਨਿਯਮ ਦੇ ਤਹਿਤ ਭਾਰਤੀ ਵਿਧਾਨ ਪਰਿਸ਼ਦ ਨੂੰ ਬਜਟ ਉੱਪਰ ਚਰਚਾ ਕਰਨ ਦੀ ਸ਼ਕਤੀ ਪ੍ਰਾਪਤ ਹੈ। ਤਾਂ ਇਸ ਦਾ ਆਨਸਰ ਹੈ ਆਪਣੇ ਕੋਲ ਭਾਰਤੀ ਪਰਿਸ਼ਦ ਅਧਿਨਿਯਮ 1892 ਦੇ ਤਹਿਤ। ਠੀਕ ਹੈ ਦੋਸਤੋ, ਵੱਧਦੇ ਆਪਾਂ ਅਗਲੇ ਕੁਐਸਚਨ ਤੇ। ਕੁਐਸਚਨ ਨੰਬਰ 10, ਕਿਸ ਅਧਿਨਿਯਮ ਦੇ ਫਲਸਰੂਪ ਬਰਮਾ ਨੂੰ ਭਾਰਤ ਤੋਂ ਅਲੱਗ ਕੀਤਾ ਗਿਆ ਹੈ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ। ਤਾਂ ਇਸ ਦਾ ਆਨਸਰ ਕੀ ਰਹੇਗਾ ਦੋਸਤੋ ਆਪਣੇ ਕੋਲ। ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਗੌਰਮੈਂਟ ਆਫ ਇੰਡੀਆ ਐਕਟ 1935। ਗੌਰਮੈਂਟ ਆਫ ਇੰਡੀਆ ਐਕਟ 1935 ਦੇ ਅਧਿਨਿਯਮ ਦੇ ਤਹਿਤ ਬਰਮਾ ਨੂੰ ਭਾਰਤ ਤੋਂ ਅਲੱਗ ਕਰ ਦਿੱਤਾ ਗਿਆ ਹੈ। ਠੀਕ ਹੈ ਦੋਸਤੋ, ਵੱਧਦੇ ਆਪਾਂ ਅਗਲੇ ਕੁਐਸਚਨ ਤੇ। ਕੁਐਸਚਨ ਨੰਬਰ 11, BR ਅੰਬੇਦਕਰ ਦਾ ਸੰਵਿਧਾਨ ਸਭਾ ਵਿੱਚ ਨਿਰਵਾਚਨ ਕਿੱਥੇ ਤੋਂ ਹੋਇਆ ਸੀ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਹੈ। ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਬੰਬਈ ਪ੍ਰੈਜ਼ੀਡੈਂਸੀ ਤੋਂ। ਠੀਕ ਹੈ, ਕੀ ਹੋਇਆ ਸੀ। BR ਅੰਬੇਦਕਰ ਦਾ ਸੰਵਿਧਾਨ ਸਭਾ ਦੇ ਵਿੱਚ ਨਿਰਵਾਚਨ ਬੰਬਈ ਪ੍ਰੈਜ਼ੀਡੈਂਸੀ ਤੋਂ ਹੋਇਆ ਸੀ। ਠੀਕ ਹੈ, ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ। ਅੱਗੇ ਵੱਧਦੇ ਹਾਂ। ਕੁਐਸਚਨ ਨੰਬਰ 12, ਮਸੌਦਾ ਆਯੋਗ ਭਾਰਤੀ ਸੰਵਿਧਾਨ ਨੂੰ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਹੈ। ਠੀਕ ਹੈ, ਜਿਹੜੀ ਡਰਾਫਟਿੰਗ ਕਮੇਟੀ ਉਹ ਭਾਰਤੀ ਸੰਵਿਧਾਨ ਨੂੰ ਕਿਸ ਭਾਸ਼ਾ ਵਿੱਚ ਲਿਖਿਆ ਸੀ। ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਮਸੌਦਾ ਆਯੋਗ ਦੇ ਰਿਲੇਟਡ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ। ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਅੰਗਰੇਜ਼ੀ ਅਤੇ ਹਿੰਦੀ ਦੇ ਵਿੱਚ। ਇਹ ਅੰਗਰੇਜ਼ੀ ਅਤੇ ਹਿੰਦੀ ਦੇ ਵਿੱਚ ਭਾਰਤੀ ਸੰਵਿਧਾਨ ਲਿਖਿਆ ਗਿਆ ਸੀ ਡਰਾਫਟਿੰਗ ਕਮੇਟੀ ਦੇ ਦੁਆਰਾ। ਠੀਕ ਹੈ, ਨੈਕਸਟ ਕੁਐਸਚਨ, ਸੰਵਿਧਾਨ ਦੇ ਕਿਸ ਅਨੁਛੇਦ ਦੀ ਕਾਰਜ ਪ੍ਰਣਾਲੀ ਦੇ ਤਹਿਤ ਭਾਰਤੀ ਸੰਵਿਧਾਨ ਵਿੱਚ ਸੰਸ਼ੋਧਨ ਕੀਤਾ ਜਾ ਸਕਦਾ ਹੈ। ਠੀਕ ਹੈ, ਸੰਵਿਧਾਨ ਦੇ ਕਿਸ ਅਨੁਛੇਦ ਦੁਆਰਾ ਕਾਰਜ ਪ੍ਰਣਾਲੀ ਦੇ ਤਹਿਤ ਭਾਰਤੀ ਸੰਵਿਧਾਨ ਵਿੱਚ ਸੰਸ਼ੋਧਨ ਕੀਤਾ ਜਾ ਸਕਦਾ ਹੈ। ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ। ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਅਨੁਛੇਦ ਨੰਬਰ 368। ਅਨੁਛੇਦ ਨੰਬਰ 368 ਦੇ ਤਹਿਤ ਕਾਰਜ ਪ੍ਰਣਾਲੀ ਦੇ ਤਹਿਤ ਭਾਰਤੀ ਸੰਵਿਧਾਨ ਵਿੱਚ ਸੰਸ਼ੋਧਨ ਕੀਤਾ ਜਾ ਸਕਦਾ ਹੈ ਦੋਸਤੋ। ਠੀਕ ਹੈ, ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਿਹਾ ਤਾਂ ਇਸ ਵੀਡੀਓ ਨੂੰ ਜਲਦੀ ਨੂੰ ਲਾਈਕ ਜ਼ਰੂਰ ਕਰ ਦਿਓ। ਆਪਣੇ 5 ਦੋਸਤਾਂ ਮਿੱਤਰਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ ਤਾਂ ਜੋ ਉਹ ਵੀ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਸਕਣ। ਠੀਕ ਹੈ ਦੋਸਤੋ, ਵੱਧਦੇ ਆਪਾਂ ਅਗਲੇ ਕੁਐਸਚਨ ਤੇ। ਕੁਐਸਚਨ ਨੰਬਰ 14, ਕਿਹੜਾ ਅਨੁਛੇਦ ਪ੍ਰਤੇਕ ਨਾਗਰਿਕ ਦੇ ਮੌਲਿਕ ਕਰਤੱਵਾਂ ਬਾਰੇ ਦੱਸਦਾ ਹੈ। ਠੀਕ ਹੈ, ਕਿਹੜਾ ਅਨੁਛੇਦ ਜਿਹੜਾ ਪ੍ਰਤੇਕ ਨਾਗਰਿਕ ਦੇ ਮੌਲਿਕ ਕਰਤੱਵਾਂ ਬਾਰੇ ਦੱਸਦਾ ਹੈ। ਤਾਂ ਇਸ ਦਾ ਆਨਸਰ ਕੀ ਹੈ ਦੋਸਤੋ। ਤਾਂ ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਬੀ, ਅਨੁਛੇਦ 51A। ਜਿਹੜਾ ਅਨੁਛੇਦ ਨੰਬਰ 51A ਉਹ ਹਰ ਇੱਕ ਪ੍ਰਤੇਕ ਨਾਗਰਿਕ ਦੇ ਮੌਲਿਕ ਕਰਤੱਵਾਂ ਬਾਰੇ ਦੱਸਦਾ ਹੈ। ਠੀਕ ਹੈ, ਨੈਕਸਟ ਕੁਐਸਚਨ, ਭਾਰਤੀ ਸੰਵਿਧਾਨ ਦਾ ਅਨੁਛੇਦ 343 ਕਿਸ ਦੇ ਬਾਰੇ ਵਿੱਚ ਹੈ। ਠੀਕ ਹੈ, ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਅਨੁਛੇਦ ਨੰਬਰ 343 ਹੈ ਉਹ ਕਿਸ ਦੇ ਬਾਰੇ ਵਿੱਚ ਹੈ। ਤਾਂ ਇਸ ਦਾ ਆਨਸਰ ਕੀ ਰਹੇਗਾ।
ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ, ਦਫ਼ਤਰੀ ਭਾਸ਼ਾ ਦੇ ਰੂਪ ਵਿੱਚ ਹਿੰਦੀ। ਠੀਕ ਹੈ, ਜਿਹੜਾ ਅਨੁਛੇਦ ਨੰਬਰ 343 ਦੇ ਵਿੱਚ ਦਫ਼ਤਰੀ ਭਾਸ਼ਾ ਦੇ ਰੂਪ ਵਿੱਚ ਹਿੰਦੀ ਦਾ ਜ਼ਿਕਰ ਕੀਤਾ ਗਿਆ ਹੈ। ਠੀਕ ਹੈ, ਨੈਕਸਟ ਕੁਐਸਚਨ, ਕਿਹੜਾ ਮੌਲਿਕ ਅਧਿਕਾਰ 44ਵੇਂ ਸੰਸ਼ੋਧਨ ਦੁਆਰਾ ਸਮਾਪਤ ਕਰ ਦਿੱਤਾ ਗਿਆ। ਠੀਕ ਹੈ, ਕਿਹੜਾ ਉਹ ਮੌਲਿਕ ਅਧਿਕਾਰ ਹੈ ਜਿਹੜਾ 44ਵੇਂ ਸੰਸ਼ੋਧਨ ਦੇ ਦੁਆਰਾ ਸਮਾਪਤ ਕਰ ਦਿੱਤਾ ਗਿਆ ਸੀ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਹੈ ਦੋਸਤੋ, ਤਾਂ ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਬੀ, ਸੰਪत्ति ਦਾ ਅਧਿਕਾਰ। ਜਿਹੜਾ ਸੰਪत्ति ਦਾ ਅਧਿਕਾਰ ਸੀ ਉਹ 44ਵੇਂ ਸੰਸ਼ੋਧਨ ਦੇ ਤਹਿਤ ਸਮਾਪਤ ਕਰ ਦਿੱਤਾ ਗਿਆ ਹੈ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਿਓ, ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਅੱਗੇ ਨੈਕਸਟ ਕੁਐਸਚਨ, ਕੁਐਸਚਨ ਨੰਬਰ 17, ਭਾਰਤੀ ਸੰਵਿਧਾਨ ਸਭਾ ਦਾ ਪਹਿਲਾ ਸੈਸ਼ਨ ਕਦੋਂ ਆਰੰਭ ਹੋਇਆ ਸੀ। ਠੀਕ ਹੈ, ਜਿਹੜਾ ਭਾਰਤੀ ਸੰਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੀ ਉਹ ਕਦੋਂ ਆਰੰਭ ਹੋਇਆ ਸੀ। ਤਾਂ ਇਸ ਦਾ ਆਨਸਰ ਕੀ ਰਹੇਗਾ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ 9 ਦਸੰਬਰ 1946 ਨੂੰ। 9 ਦਸੰਬਰ 1946 ਨੂੰ ਸੰਵਿਧਾਨ ਸਭਾ ਦਾ ਪਹਿਲਾ ਸੈਸ਼ਨ ਆਰੰਭ ਕੀਤਾ ਗਿਆ ਸੀ। ਠੀਕ ਹੈ, ਵੱਧਦੇ ਆਪਾਂ ਅਗਲੇ ਕੁਐਸਚਨ ਤੇ, ਕਿਸ ਸੰਵਿਧਾਨ ਸੰਸ਼ੋਧਨ ਦੁਆਰਾ ਦਿੱਲੀ ਨੂੰ ਰਾਸ਼ਟਰੀ ਖੇਤਰ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ। ਕਿਸ ਸੰਵਿਧਾਨ ਸੰਸ਼ੋਧਨ ਦੁਆਰਾ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਰਹੇਗਾ, ਕਿਸ ਸੰਵਿਧਾਨ ਸੰਸ਼ੋਧਨ ਦੁਆਰਾ ਦਿੱਲੀ ਨੂੰ ਰਾਸ਼ਟਰੀ ਖੇਤਰ ਦਾ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਰਹੇਗਾ, ਤਾਂ ਇਸ ਦਾ ਆਨਸਰ ਰਹੇਗਾ ਆਪਸ਼ਨ ਨੰਬਰ ਬੀ, 69ਵੇਂ ਸੰਵਿਧਾਨ ਸੰਸ਼ੋਧਨ ਦੁਆਰਾ। ਠੀਕ ਹੈ, ਕੀ ਕੀਤਾ ਗਿਆ ਸੀ, ਦਿੱਲੀ ਨੂੰ ਜਿਹੜਾ ਰਾਸ਼ਟਰੀ ਖੇਤਰ ਦਾ ਦਰਜਾ ਪ੍ਰਦਾਨ ਕੀਤਾ ਗਿਆ ਸੀ 69ਵੇਂ ਸੰਵਿਧਾਨ ਸੰਸ਼ੋਧਨ ਦੇ ਦੁਆਰਾ। ਠੀਕ ਹੈ, ਅੱਗੇ ਨੈਕਸਟ ਕੁਐਸਚਨ, ਭਾਸ਼ਾ ਦੇ ਆਧਾਰ ਤੋਂ ਸਭ ਤੋਂ ਪਹਿਲਾਂ ਕਿਸ ਰਾਜ ਦਾ ਗਠਨ ਹੋਇਆ ਹੈ। ਠੀਕ ਹੈ, ਭਾਸ਼ਾ ਦੇ ਆਧਾਰ ਤੋਂ ਸਭ ਤੋਂ ਪਹਿਲਾਂ ਕਿਸ ਰਾਜ ਦਾ ਗਠਨ ਹੋਇਆ ਸੀ। ਤਾਂ ਇਸ ਦਾ ਆਨਸਰ ਕੀ ਰਹੇਗਾ, ਤਾਂ ਇਸ ਦਾ ਆਨਸਰ ਰਹੇਗਾ ਆਪਸ਼ਨ ਨੰਬਰ ਡੀ, ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਦਾ ਭਾਸ਼ਾ ਦੇ ਆਧਾਰ 'ਤੇ ਸਭ ਤੋਂ ਪਹਿਲਾਂ ਰਾਜ ਦਾ ਗਠਨ ਕੀਤਾ ਗਿਆ ਸੀ। ਠੀਕ ਹੈ, ਅੱਗੇ ਵੱਧਦੇ ਹਾਂ ਕੁਐਸਚਨ ਨੰਬਰ ਬੀ, ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਨਾਗਰਿਕਤਾ ਨਾਲ ਸੰਬੰਧਿਤ ਹੈ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਰਹੇਗਾ, ਤਾਂ ਭਾਗ ਨੰਬਰ 2, ਜਿਹੜਾ ਭਾਗ ਨੰਬਰ 2 ਹੈ ਉਹ ਭਾਰਤੀ ਸੰਵਿਧਾਨ ਦੇ ਨਾਗਰਿਕਤਾ ਦੇ ਨਾਲ ਸੰਬੰਧਿਤ ਹੈ। ਠੀਕ ਹੈ ਦੋਸਤੋ, ਅੱਜ ਦੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਟੋਟਲ 30 ਕੁਐਸਚਨਸ ਕਵਰ ਕਰਵਾਵਾਂਗਾ। ਠੀਕ ਹੈ, ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ, ਇਹ ਤੁਸੀਂ ਚੰਗੀ ਤਰ੍ਹਾਂ ਇਹਨਾਂ ਦੀ ਇੱਕ ਵਾਰ ਰਿਵੀਜ਼ਨ ਜ਼ਰੂਰ ਕਰ ਲਿਓ। ਠੀਕ ਹੈ, ਵੱਧਦੇ ਆਪਾਂ ਅਗਲੇ ਕੁਐਸਚਨ ਤੇ, ਭਾਰਤੀ ਸੰਵਿਧਾਨ ਦੇ ਅਨੁਸਾਰ ਜੀਵਨ ਦਾ ਅਧਿਕਾਰ ਕਿਹੜਾ ਹੈ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਰਹੇਗਾ, ਤਾਂ ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਏ, ਮੌਲਿਕ ਅਧਿਕਾਰ। ਜਿਹੜਾ ਜੀਵਨ ਦਾ ਅਧਿਕਾਰ ਹੋ ਗਿਆ ਇਹ ਮੌਲਿਕ ਅਧਿਕਾਰ ਇੱਕ ਤਰ੍ਹਾਂ ਦਾ। ਠੀਕ ਹੈ ਦੋਸਤੋ, ਵੱਧਦੇ ਆਪਾਂ ਕੁਐਸਚਨ ਨੰਬਰ 22, ਭਾਰਤ ਦੇ ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦਾ ਪ੍ਰਧਾਨ ਕੌਣ ਹੈ। ਠੀਕ ਹੈ, ਡਰਾਫਟ ਕਮੇਟੀ ਦਾ ਪ੍ਰਧਾਨ ਕੌਣ ਹੈ। ਤਾਂ ਇਸ ਦਾ ਆਨਸਰ ਕੀ ਰਹੇਗਾ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਏ, BR ਅੰਬੇਦਕਰ। ਜਿਹੜੇ BR ਅੰਬੇਦਕਰ ਨੇ ਉਹ ਭਾਰਤ ਦੇ ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦੇ ਪ੍ਰਧਾਨ ਸਨ। ਠੀਕ ਹੈ, ਵੱਧਦੇ ਆਪਾਂ ਨੈਕਸਟ ਕੁਐਸਚਨ ਤੇ, ਸਭਾ ਦੇ ਵਿਚਾਰ ਵਟਾਂਦਰਾ ਅਥਵਾ ਮਾਰਗਦਰਸ਼ਨ ਕਰਨ ਦੇ ਲਈ ਉਪਦੇਸ਼ ਸੰਕਲਪ ਅੰਦੋਲਨ ਦਾ ਆਰੰਭ ਡੈਸ਼ ਦੁਆਰਾ ਕੀਤਾ ਗਿਆ। ਠੀਕ ਹੈ, ਜਿਹੜਾ ਅੰਦੋਲਨ ਸੀ ਮਾਰਗਦਰਸ਼ਨ ਕਰਨ ਦੇ ਲਈ ਉਪਦੇਸ਼ ਸੰਕਲਪ ਅੰਦੋਲਨ, ਇਹ ਡੈਸ਼ ਦੁਆਰਾ ਕੀਤਾ ਗਿਆ ਸੀ। ਤਾਂ ਇਸ ਦਾ ਆਨਸਰ ਕੀ ਰਹੇਗਾ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਏ, ਜਵਾਹਰ ਲਾਲ ਨਹਿਰੂ ਦੁਆਰਾ। ਠੀਕ ਹੈ, ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਇਸ ਅੰਦੋਲਨ ਦਾ ਆਰੰਭ ਕੀਤਾ ਗਿਆ ਸੀ। ਠੀਕ ਹੈ ਦੋਸਤੋ, ਵੱਧਦੇ ਆਪਾਂ ਅਗਲੇ ਕੁਐਸਚਨ ਤੇ, ਕੁਐਸਚਨ ਨੰਬਰ 24, ਸੰਵਿਧਾਨ ਸਭਾ ਦਾ ਪਹਿਲੇ ਅਸਥਾਈ ਪ੍ਰਧਾਨ ਕੌਣ ਹਨ। ਜਿਹੜੇ ਸੰਵਿਧਾਨ ਸਭਾ ਦੇ ਪਹਿਲੇ ਅਸਥਾਈ ਪ੍ਰਧਾਨ ਨੇ ਉਹ ਕੌਣ ਨੇ। ਤਾਂ ਇਸ ਦਾ ਆਨਸਰ ਕੀ ਰਹੇਗਾ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਡਾਕਟਰ ਸਚਿਦਾਨੰਦਨ। ਡਾਕਟਰ ਸਚਿਦਾਨੰਦ ਨੇ ਜਿਹੜੇ ਉਹ ਸੰਵਿਧਾਨ ਸਭਾ ਦੇ ਪਹਿਲੇ ਅਸਥਾਈ ਮੈਂਬਰ ਸੀ, ਅਸਥਾਈ ਪ੍ਰਧਾਨ ਸੀ। ਠੀਕ ਹੈ ਦੋਸਤੋ, ਵੱਧਦੇ ਆਪਾਂ ਨੈਕਸਟ ਕੁਐਸਚਨ ਤੇ, ਭਾਰਤੀ ਸੰਵਿਧਾਨ ਵਿੱਚ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਦੇ ਸਿਧਾਂਤ ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹਨ। ਠੀਕ ਹੈ, ਜਿਹੜੇ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਦੇ ਸਿਧਾਂਤ ਨੇ ਉਹ ਕਿਹੜੇ ਦੇਸ਼ ਤੋਂ ਲਏ ਗਏ ਸੀ ਜਾਂ ਕਿਹੜੇ ਸੰਵਿਧਾਨ ਤੋਂ ਪ੍ਰੇਰਿਤ ਨੇ। ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਬੀ, ਫਰਾਂਸ ਦੇ ਸੰਵਿਧਾਨ ਤੋਂ। ਫਰਾਂਸ ਦੇ ਸੰਵਿਧਾਨ ਤੋਂ ਪ੍ਰੇਰਿਤ ਸਨ। ਠੀਕ ਹੈ, ਵੱਧਦੇ ਆਪਾਂ ਅਗਲੇ ਕੁਐਸਚਨ ਤੇ, ਕੁਐਸਚਨ ਨੰਬਰ 26, ਭਾਰਤੀ ਸੰਵਿਧਾਨ ਵਿੱਚ ਕਿਹੜਾ ਅਨੁਛੇਦ ਕਾਨੂੰਨ ਦੇ ਸਾਹਮਣੇ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹੈ। ਠੀਕ ਹੈ, ਉਹ ਕਿਹੜਾ ਅਨੁਛੇਦ ਹੈ ਜਿਹੜਾ ਕਾਨੂੰਨ ਦੇ ਸਾਹਮਣੇ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹੈ। ਤਾਂ ਇਸ ਦਾ ਆਨਸਰ ਕੀ ਰਹੇਗਾ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਅਨੁਛੇਦ ਨੰਬਰ 14। ਅਨੁਛੇਦ ਨੰਬਰ 14 ਦੇ ਤਹਿਤ ਜਿਹੜਾ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਨਾਲ ਸੰਬੰਧਿਤ ਜਿਹੜਾ ਅਨੁਛੇਦ ਨੰਬਰ 14 ਹੈ। ਠੀਕ ਹੈ, ਕੁਐਸਚਨ ਨੰਬਰ 27, ਭਾਰਤੀ ਸੰਵਿਧਾਨ ਵਿੱਚ ਵਿਧਾਇਕਾਂ ਵਿੱਚ ਪ੍ਰਧਾਨਗੀ ਦਾ ਪਦ ਅਤੇ ਉਸ ਦੀ ਭੂਮਿਕਾ ਡੈਸ਼ ਸੰਵਿਧਾਨ ਵਿੱਚੋਂ ਲਏ ਗਏ ਹਨ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਹੈ, ਬ੍ਰਿਟਿਸ਼। ਕੁਐਸਚਨ ਆਪਸ਼ਨ ਨੰਬਰ ਸੀ, ਇਹ ਬ੍ਰਿਟਿਸ਼ ਸੰਵਿਧਾਨ ਵਿੱਚੋਂ ਲਏ ਗਏ ਨੇ। ਕੀ ਲਏ ਗਏ ਨੇ, ਇਹ ਭਾਰਤੀ ਸੰਵਿਧਾਨ ਵਿੱਚ ਵਿਧਾਇਕਾਂ ਅਤੇ ਪ੍ਰਧਾਨਗੀ ਦਾ ਪਦ ਹੈ ਜਿਹੜਾ ਅਤੇ ਉਸ ਦੀ ਭੂਮਿਕਾ ਹੈ ਉਹ ਬ੍ਰਿਟਿਸ਼ ਸੰਵਿਧਾਨ ਵਿੱਚੋਂ ਲਏ ਗਏ ਹਨ। ਠੀਕ ਹੈ, ਅੱਗੇ ਨੈਕਸਟ ਕੁਐਸਚਨ, ਰੋਕਥਾਮ ਖੋਜ ਐਕਟ, ਪ੍ਰੀਵੈਂਟਿਵ ਡਿਟੈਕਟਿਵ ਐਕਟ ਵੀ ਕਹਿ ਦਿੰਦੇ ਆਪਾਂ ਰੋਕਥਾਮ ਖੋਜ ਐਕਟ ਨੂੰ, ਇਹ ਡੈਸ਼ ਦੁਆਰਾ ਕੀ ਰੋਕਿਆ ਜਾ ਸਕਦਾ ਹੈ। ਠੀਕ ਹੈ, ਰੋਜ਼ ਤੋਂ ਰੋਕਥਾਮ ਖੋਜ ਐਕਟ ਜਿਹੜਾ ਇਸ ਦੁਆਰਾ ਕੀ ਰੋਕਿਆ ਜਾ ਸਕਦਾ ਹੈ। ਤਾਂ ਇਸ ਦਾ ਆਨਸਰ ਕੀ ਰਹੇਗਾ,
ਤਾਂ ਇਸ ਦਾ ਆਨਸਰ ਰਹੇਗਾ ਆਜ਼ਾਦੀ ਦਾ ਹੱਕ, ਆਪਸ਼ਨ ਨੰਬਰ ਬੀ। ਆਜ਼ਾਦੀ ਦਾ ਹੱਕ ਰੋਕਿਆ ਜਾ ਸਕਦਾ ਇਸ ਨਾਲ। ਠੀਕ ਹੈ, ਅੱਗੇ ਕੁਐਸਚਨ ਨੰਬਰ 29, ਸੰਵਿਧਾਨ ਦੀ ਕਿਸ ਅਨੁਸੂਚੀ ਵਿੱਚ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਦੇ 4 ਰਾਜਾਂ ਨੂੰ ਜਨਜਾਤੀ ਖੇਤਰਾਂ ਵਿੱਚ ਪ੍ਰਸ਼ਾਸਨ ਦਾ ਵਿਸ਼ੇਸ਼ ਪ੍ਰਾਵਧਾਨ ਹੈ? ਠੀਕ ਹੈ, ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਬੀ, ਤੀਸਰੀ ਅਨੁਸੂਚੀ ਦੇ ਵਿੱਚ। ਕੀ ਹੈ ਤੀਸਰੀ ਅਨੁਸੂਚੀ ਦੇ ਵਿੱਚ? ਤੀਸਰੀ ਅਨੁਸੂਚੀ ਦੇ ਵਿੱਚ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਦੇ 4 ਰਾਜਾਂ ਨੂੰ ਜਨਜਾਤੀ ਖੇਤਰਾਂ ਵਿੱਚ ਪ੍ਰਸ਼ਾਸਨ ਦਾ ਵਿਸ਼ੇਸ਼ ਪ੍ਰਾਵਧਾਨ ਹੈ। ਠੀਕ ਹੈ ਦੋਸਤੋ, ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਅੱਗੇ ਅੱਜ ਦਾ ਲਾਸਟ ਕੁਐਸਚਨ, ਇਸ ਤੋਂ ਬਾਅਦ ਆਪਾਂ ਆਪਣੀ ਰਿਵੀਜ਼ਨ ਸ਼ੁਰੂ ਕਰਾਂਗੇ। ਠੀਕ ਹੈ ਦੋਸਤੋ, ਯੂਨੀਫਾਰਮ ਸਿਵਲ ਕੋਡ। ਠੀਕ ਹੈ, ਜਿਹੜਾ ਯੂਨੀਫਾਰਮ ਸਿਵਲ ਕੋਡ ਦਾ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਉਲੇਖ ਕੀਤਾ ਗਿਆ? ਠੀਕ ਹੈ, ਕਿਸ ਸੰਵਿਧਾਨ ਵਿੱਚ ਉਲੇਖ ਕੀਤਾ ਗਿਆ ਹੈ? ਤਾਂ ਇਸ ਦਾ ਆਨਸਰ ਕੀ ਰਹੇਗਾ? ਤਾਂ ਇਸ ਦਾ ਆਪਸ਼ਨ ਨੰਬਰ ਡੀ, 44ਵੇਂ ਨੰਬਰ ਅਨੁਛੇਦ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦਾ ਜ਼ਿਕਰ ਕੀਤਾ ਗਿਆ ਹੈ। ਠੀਕ ਹੈ ਦੋਸਤੋ, ਅੱਜ ਦੋਸਤੋ ਆਪਾਂ ਜਿੰਨੇ ਵੀ ਆਪਣੇ 30 ਕੁਐਸਚਨਸ ਕਵਰ ਕੀਤੇ ਨੇ, ਆਪਾਂ ਇੱਕ ਵਾਰ ਇਹਨਾਂ ਦੀ ਰਿਵੀਜ਼ਨ ਕਰ ਲੈਂਦੇ ਹਾਂ। ਠੀਕ ਹੈ, ਤਾਂ ਜੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਕੁਐਸਚਨਸ ਯਾਦ ਹੋ ਜਾਣ। ਠੀਕ ਹੈ ਦੋਸਤੋ, ਫਟਾਫਟ ਆਪਾਂ ਇਹਨਾਂ ਕੁਐਸਚਨ ਦੀ ਇੱਕ ਵਾਰ ਰਿਵੀਜ਼ਨ ਕਰ ਲੈਂਦੇ ਹਾਂ। ਠੀਕ ਹੈ, ਕੁਐਸਚਨ ਨੰਬਰ 1, ਅਸੀਂ ਭਾਰਤ ਦੇ ਲੋਕ, ਵੀ ਦਾ ਪੀਪਲ ਆਫ ਇੰਡੀਆ ਸ਼ਬਦਾਂ ਦਾ ਪ੍ਰਯੋਗ ਸੰਵਿਧਾਨ ਵਿੱਚ ਕਿੱਥੇ ਕੀਤਾ ਗਿਆ ਹੈ? ਤਾਂ ਇਹ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਕੀਤਾ ਗਿਆ। ਠੀਕ ਹੈ, ਕੁਐਸਚਨ ਨੰਬਰ 2, ਭਾਰਤੀ ਸੰਵਿਧਾਨ ਵਿੱਚ ਅਨੁਛੇਦ 19 ਪ੍ਰਦਾਨ ਕਰਦਾ ਹੈ 6 ਪ੍ਰਕਾਰ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ। ਕਿਹੜਾ? ਅਨੁਛੇਦ ਨੰਬਰ 19। ਠੀਕ ਹੈ, ਕੁਐਸਚਨ ਨੰਬਰ 3, ਭਾਰਤੀ ਸੰਵਿਧਾਨ ਦੀ ਰਾਜ ਦੀ ਨੀਤੀ ਨਿਰਦੇਸ਼ਕ ਸਿਧਾਂਤ ਦਾ ਵਿਚਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ? ਤਾਂ ਇਹ ਆਇਰਲੈਂਡ ਦੇਸ਼ ਤੋਂ ਲਿਆ ਗਿਆ ਹੈ। ਠੀਕ ਹੈ, ਅੱਗੇ ਕੁਐਸਚਨ ਨੰਬਰ 4, ਕਿਸ ਅਨੁਛੇਦ ਦੇ ਤਹਿਤ ਭਾਰਤ ਵਿੱਚ ਸੰਘ ਲੋਕ ਸੇਵਾ ਆਯੋਗ UPSC ਦੀ ਸਥਾਪਨਾ ਕੀਤੀ ਗਈ ਹੈ? ਤਾਂ ਅਨੁਛੇਦ ਨੰਬਰ 315 ਦੇ ਵਿੱਚ। ਅਨੁਛੇਦ ਨੰਬਰ 315 ਦੇ ਤਹਿਤ ਹੀ UPSC ਦੀ ਸਥਾਪਨਾ ਕੀਤੀ ਗਈ ਹੈ। ਠੀਕ ਹੈ, ਅੱਗੇ ਕੁਐਸਚਨ ਨੰਬਰ 5, ਲੋਕ ਸਭਾ ਸਪੀਕਰ ਡੈਸ਼ ਸਾਲ ਤੱਕ ਦੀ ਅਵਧੀ ਤੱਕ ਕੰਮ ਕਰ ਸਕਦਾ ਹੈ? ਤਾਂ ਉਹ 5 ਸਾਲ ਦੀ ਅਵਧੀ ਤੱਕ ਕੰਮ ਕਰ ਸਕਦਾ ਹੈ। ਠੀਕ ਹੈ, ਨੈਕਸਟ ਕੁਐਸਚਨ, ਮੌਲਿਕ ਕਰਤੱਵ ਫੰਡਾਮੈਂਟਲਸ ਡਿਊਟੀ ਨੂੰ ਡੈਸ਼ ਸੰਸ਼ੋਧਨ ਦੁਆਰਾ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ? ਤਾਂ 42ਵੇਂ ਸੰਵਿਧਾਨ ਸੰਸ਼ੋਧਨ ਦੇ ਤਹਿਤ ਕੀ ਕੀਤਾ ਗਿਆ? ਫੰਡਾਮੈਂਟਲਸ ਡਿਊਟੀ ਵਿੱਚ ਡਿਊਟੀ ਨੂੰ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਠੀਕ ਹੈ, ਵਧਦੇ ਹਾਂ ਅਗਲੇ ਕੁਐਸਚਨ ਦੇ, ਭਾਰਤ ਦੇ ਰਾਸ਼ਟਰਪਤੀ ਨੂੰ ਉਸਦੇ ਪਦ ਤੋਂ ਕੌਣ ਹਟਾ ਸਕਦਾ ਹੈ? ਤਾਂ ਇਸ ਦਾ ਆਨਸਰ ਕੀ ਰਹੇਗਾ? ਤਾਂ ਇਸ ਦਾ ਆਨਸਰ ਹੈਗਾ ਸੰਸਦ ਹਟਾ ਸਕਦਾ ਹੈ। ਠੀਕ ਹੈ, ਅੱਗੇ ਕੁਐਸਚਨ ਨੰਬਰ 8, ਕਿਸ ਅਧਿਨਿਯਮ ਦੇ ਦੁਆਰਾ ਕਲਕੱਤਾ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਹੈ? ਕਿਸ ਅਧਿਨਿਯਮ ਦੇ ਤਹਿਤ? ਤਾਂ ਇਸ ਦਾ ਆਨਸਰ ਕੀ ਰਹੇਗਾ? ਰੈਗੂਲੇਟਿੰਗ ਐਕਟ 1773 ਦੇ ਤਹਿਤ ਕਲਕੱਤਾ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਹੈ। ਠੀਕ ਹੈ, ਕੁਐਸਚਨ ਨੰਬਰ 9, ਕਿਸ ਅਧਿਨਿਯਮ ਦੇ ਅੰਤਰਗਤ ਭਾਰਤੀ ਵਿਧਾਨ ਪਰਿਸ਼ਦ ਨੂੰ ਬਜਟ ਉੱਪਰ ਚਰਚਾ ਕਰਨ ਦੀ ਸ਼ਕਤੀ ਪ੍ਰਾਪਤ ਹੈ? ਭਾਰਤੀ ਪਰਿਸ਼ਦ ਅਧਿਨਿਯਮ 1892 ਦੀ। ਠੀਕ ਹੈ ਦੋਸਤੋ, ਅੱਗੇ ਕੁਐਸਚਨ ਨੰਬਰ 10, ਕਿਸ ਅਧਿਨਿਯਮ ਦੇ ਫਲਸਰੂਪ ਬਰਮਾ ਨੂੰ ਭਾਰਤ ਤੋਂ ਅਲੱਗ ਕੀਤਾ ਗਿਆ ਹੈ? ਗੌਰਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ। ਗੌਰਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ ਬਰਮਾ ਨੂੰ ਭਾਰਤ ਤੋਂ ਅਲੱਗ ਕੀਤਾ ਗਿਆ ਹੈ। ਠੀਕ ਹੈ, ਅੱਗੇ ਕੁਐਸਚਨ ਨੰਬਰ 11, BR ਅੰਬੇਦਕਰ ਦਾ ਸੰਵਿਧਾਨ ਸਭਾ ਵਿੱਚ ਨਿਰਵਾਚਨ ਕਿੱਥੇ ਤੋਂ ਹੋਇਆ ਸੀ? ਤਾਂ ਇਹ ਬੰਬਈ ਪ੍ਰੈਜ਼ੀਡੈਂਸੀ ਤੋਂ ਹੋਇਆ ਸੀ। ਠੀਕ ਹੈ, ਕੁਐਸਚਨ ਨੰਬਰ 12, ਮਸੌਦਾ ਆਯੋਗ ਡਰਾਫਟਿੰਗ ਕਮੇਟੀ ਭਾਰਤੀ ਸੰਵਿਧਾਨ ਨੂੰ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਹੈ? ਤਾਂ ਇਹ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ। ਠੀਕ ਹੈ, ਕੁਐਸਚਨ ਨੰਬਰ 13, ਸੰਵਿਧਾਨ ਦੇ ਕਿਸ ਅਨੁਛੇਦ ਦੀ ਕਾਰਜ ਪ੍ਰਣਾਲੀ ਦੇ ਤਹਿਤ ਭਾਰਤੀ ਸੰਵਿਧਾਨ ਵਿੱਚ ਸੰਸ਼ੋਧਨ ਕੀਤਾ ਜਾ ਸਕਦਾ ਹੈ? ਅਨੁਛੇਦ 368 ਦੇ ਤਹਿਤ। ਠੀਕ ਹੈ, ਕੁਐਸਚਨ ਨੰਬਰ 14, ਕਿਹੜਾ ਅਨੁਛੇਦ ਪ੍ਰਤੇਕ ਨਾਗਰਿਕ ਦੇ ਮੌਲਿਕ ਕਰਤੱਵਾਂ ਬਾਰੇ ਦੱਸਦਾ ਹੈ? ਤਾਂ ਇਸ ਦਾ ਆਨਸਰ ਕੀ ਰਹੇਗਾ? ਅਨੁਛੇਦ ਨੰਬਰ 51A, ਜਿਹੜਾ ਮੌਲਿਕ ਕਰਤੱਵਾਂ ਬਾਰੇ ਦੱਸਦਾ ਹੈ। ਠੀਕ ਹੈ, ਪ੍ਰਤੇਕ ਨਾਗਰਿਕ ਦੇ। ਠੀਕ ਹੈ, ਕੁਐਸਚਨ ਨੰਬਰ 15, ਭਾਰਤੀ ਸੰਵਿਧਾਨ ਦਾ ਅਨੁਛੇਦ 343 ਕਿਸ ਦੇ ਬਾਰੇ ਵਿੱਚ ਹੈ? ਤਾਂ ਇਸ ਦਾ ਆਨਸਰ ਕੀ ਰਹੇਗਾ? ਦਫ਼ਤਰੀ ਭਾਸ਼ਾ ਦੇ ਰੂਪ ਵਿੱਚ ਹਿੰਦੀ। ਦਫ਼ਤਰੀ ਭਾਸ਼ਾ ਦੇ ਰੂਪ ਵਿੱਚ ਹਿੰਦੀ, ਜਿਹੜਾ ਅਨੁਛੇਦ 343 ਉਹ ਦਫ਼ਤਰੀ ਭਾਸ਼ਾ ਰੂਪ ਵਿੱਚ ਹਿੰਦੀ ਬਾਰੇ ਦੱਸਦਾ ਹੈ। ਠੀਕ ਹੈ, ਅੱਗੇ ਕੁਐਸਚਨ ਨੰਬਰ 16, ਕਿਹੜਾ ਮੌਲਿਕ ਅਧਿਕਾਰ 44ਵੇਂ ਸੰਸ਼ੋਧਨ ਦੁਆਰਾ ਸਮਾਪਤ ਕੀਤਾ ਗਿਆ ਹੈ? ਠੀਕ ਹੈ, ਉਹ ਕਿਹੜਾ ਅਧਿਕਾਰ ਹੈ ਜਿਹੜਾ 44ਵੇਂ ਸੰਵਿਧਾਨ ਸੰਸ਼ੋਧਨ ਦੇ ਤਹਿਤ ਸਮਾਪਤ ਕੀਤਾ ਗਿਆ ਹੈ? ਤਾਂ ਉਹ ਸੰਪत्ति ਦਾ ਅਧਿਕਾਰ ਹੈ, ਜਿਹੜਾ 44ਵੇਂ ਸੰਸ਼ੋਧਨ ਦੇ ਤਹਿਤ ਸਮਾਪਤ ਕੀਤਾ ਗਿਆ ਹੈ। ਠੀਕ ਹੈ, ਅੱਗੇ ਕੁਐਸਚਨ ਨੰਬਰ 17, ਭਾਰਤੀ ਸੰਵਿਧਾਨ ਸਭਾ ਦਾ ਪਹਿਲਾ ਸੈਸ਼ਨ ਕਦੋਂ ਆਰੰਭ ਹੋਇਆ ਸੀ? ਠੀਕ ਹੈ, ਇਹ ਕਦੋਂ ਆਰੰਭ ਹੋਇਆ ਸੀ? ਤਾਂ ਇਹ 9 ਦਸੰਬਰ 1946 ਨੂੰ। 9 ਦਸੰਬਰ 1946 ਨੂੰ ਜਿਹੜਾ ਪਹਿਲਾ ਸੈਸ਼ਨ ਸੀ ਉਹ ਆਰੰਭ ਹੋਇਆ ਸੀ। ਠੀਕ ਹੈ, ਕੁਐਸਚਨ ਨੰਬਰ 18, ਕਿਸ ਸੰਵਿਧਾਨ ਸੰਸ਼ੋਧਨ ਦੁਆਰਾ ਦਿੱਲੀ ਨੂੰ ਰਾਸ਼ਟਰੀ ਖੇਤਰ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ? ਤਾਂ ਉਹ 69ਵੇਂ ਸੰਵਿਧਾਨ ਸੰਸ਼ੋਧਨ ਦੇ ਦੁਆਰਾ ਜਿਹੜਾ ਦਿੱਲੀ ਨੂੰ ਰਾਸ਼ਟਰੀ ਖੇਤਰ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ। ਠੀਕ ਹੈ, ਅੱਗੇ ਕੁਐਸਚਨ ਨੰਬਰ 19, ਭਾਸ਼ਾ ਦੇ ਆਧਾਰ 'ਤੇ ਸਭ ਤੋਂ ਪਹਿਲਾਂ ਕਿਸ ਰਾਜ ਦਾ ਗਠਨ ਹੋਇਆ ਸੀ? ਤਾਂ ਆਂਧਰਾ ਪ੍ਰਦੇਸ਼ ਦਾ ਗਠਨ ਹੋਇਆ ਸੀ। ਠੀਕ ਹੈ, ਅੱਗੇ ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਨਾਗਰਿਕਤਾ ਨਾਲ ਸੰਬੰਧਿਤ ਹੈ? ਤਾਂ ਭਾਗ 2 ਹੈ ਜਿਹੜਾ ਉਹ ਨਾਗਰਿਕਤਾ ਦੇ ਨਾਲ ਸੰਬੰਧਿਤ ਹੈ। ਠੀਕ ਹੈ,
ਭਾਰਤੀ ਸੰਵਿਧਾਨ ਦੇ ਅਨੁਸਾਰ ਜੀਵਨ ਦਾ ਅਧਿਕਾਰ ਕਿਹੜਾ ਹੈ? ਉਹ ਮੌਲਿਕ ਅਧਿਕਾਰ ਨੇ। ਠੀਕ ਹੈ, ਜਿਹੜਾ ਜੀਵਨ ਦਾ ਅਧਿਕਾਰ ਹੈ ਉਹ ਮੌਲਿਕ ਅਧਿਕਾਰ ਹੈ। ਠੀਕ ਹੈ, ਅੱਗੇ ਭਾਰਤ ਦੇ ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦਾ ਪ੍ਰਧਾਨ ਕੌਣ ਹੈ? ਤਾਂ ਉਹ BR ਅੰਬੇਦਕਰ ਨੇ, ਡਰਾਫਟ ਕਮੇਟੀ ਦੇ ਪ੍ਰਧਾਨ। ਠੀਕ ਹੈ, ਅੱਗੇ ਕੁਐਸਚਨ ਨੰਬਰ 23, ਸਭਾ ਦੇ ਵਿਚਾਰ ਵਟਾਂਦਰਾ ਅਥਵਾ ਮਾਰਗਦਰਸ਼ਨ ਕਰਨ ਦੇ ਲਈ ਉਪਦੇਸ਼ ਸੰਕਲਪ ਅੰਦੋਲਨ ਦਾ ਆਰੰਭ ਡੈਸ਼ ਦੁਆਰਾ ਕੀਤਾ ਗਿਆ? ਤਾਂ ਇਹ ਜਵਾਹਰ ਲਾਲ ਨਹਿਰੂ ਦੁਆਰਾ ਅੰਦੋਲਨ ਦਾ ਆਰੰਭ ਕੀਤਾ ਗਿਆ ਸੀ। ਠੀਕ ਹੈ, ਅੱਗੇ ਕੁਐਸਚਨ ਨੰਬਰ 24, ਸੰਵਿਧਾਨ ਸਭਾ ਦਾ ਪਹਿਲੇ ਅਸਥਾਈ ਪ੍ਰਧਾਨ ਕੌਣ ਸਨ? ਤਾਂ ਉਹ ਡਾਕਟਰ ਸਚਿਦਾਨੰਦ ਸਿੰਘ। ਠੀਕ ਹੈ, ਜਿਹੜੇ ਸੰਵਿਧਾਨ ਸਭਾ ਦੇ ਪਹਿਲੇ ਅਸਥਾਈ ਪ੍ਰਧਾਨ ਸਨ। ਠੀਕ ਹੈ, ਅੱਗੇ ਕੁਐਸਚਨ ਨੰਬਰ 25, ਭਾਰਤੀ ਸੰਵਿਧਾਨ ਵਿੱਚ ਸੁਤੰਤਰਤਾ, ਸਮਾਨਤਾ ਤੇ ਭਾਈਚਾਰੇ ਦੇ ਸਿਧਾਂਤ ਕਿਸ ਦੇਸ਼ ਦੇ ਸੰਵਿਧਾਨ ਵਿੱਚੋਂ ਪ੍ਰੇਰਿਤ ਹਨ? ਤਾਂ ਉਹ ਫਰਾਂਸ ਦੇ ਸੰਵਿਧਾਨ ਤੋਂ ਪ੍ਰੇਰਿਤ ਸਨ। ਕਿਹੜੇ? ਸੁਤੰਤਰਤਾ, ਸਮਾਨਤਾ ਤੇ ਭਾਈਚਾਰਾ ਦੇ ਸਿਧਾਂਤ, ਇਹ ਫਰਾਂਸ ਦੇਸ਼ ਤੋਂ ਪ੍ਰੇਰਿਤ ਸਨ। ਠੀਕ ਹੈ, ਅੱਗੇ ਕੁਐਸਚਨ ਨੰਬਰ 26, ਭਾਰਤੀ ਸੰਵਿਧਾਨ ਵਿੱਚ ਕਿਹੜਾ ਅਨੁਛੇਦ ਕਾਨੂੰਨ ਦੇ ਸਾਹਮਣੇ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹੈ? ਤਾਂ ਅਨੁਛੇਦ ਨੰਬਰ 14। ਠੀਕ ਹੈ, ਜਿਹੜਾ ਅਨੁਛੇਦ ਨੰਬਰ 14 ਇਹ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹਨ। ਠੀਕ ਹੈ, ਕੁਐਸਚਨ ਨੰਬਰ 27, ਭਾਰਤੀ ਸੰਵਿਧਾਨ ਵਿੱਚ ਵਿਧਾਇਕਾਂ ਵਿੱਚ ਪ੍ਰਧਾਨਗੀ ਦਾ ਪਦ ਅਤੇ ਉਸ ਦੀ ਭੂਮਿਕਾ ਡੈਸ਼ ਸੰਵਿਧਾਨ ਵਿੱਚੋਂ ਲਏ ਗਏ ਨੇ? ਤਾਂ ਇਹ ਬ੍ਰਿਟਿਸ਼ ਸੰਵਿਧਾਨ ਵਿੱਚੋਂ ਲਏ ਗਏ ਨੇ। ਠੀਕ ਹੈ, ਕੁਐਸਚਨ ਨੰਬਰ 28, ਰੋਕਥਾਮ ਖੋਜ ਐਕਟ, ਪ੍ਰੀਵੈਂਟਿਵ ਡਿਟੈਕਟਿਵ ਐਕਟ ਦੁਆਰਾ ਕੀ ਰੋਕਿਆ ਜਾ ਸਕਦਾ ਹੈ? ਤਾਂ ਇਸ ਦੇ ਦੁਆਰਾ ਆਜ਼ਾਦੀ ਦਾ ਹੱਕ ਰੋਕਿਆ ਜਾ ਸਕਦਾ ਹੈ। ਠੀਕ ਹੈ, ਕੁਐਸਚਨ ਨੰਬਰ 29, ਸੰਵਿਧਾਨ ਦੇ ਕਿਸ ਅਨੁਸੂਚੀ ਵਿੱਚ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਦੇ 4 ਰਾਜਾਂ ਨੂੰ ਜਨਜਾਤੀ ਖੇਤਰਾਂ ਵਿੱਚ ਪ੍ਰਸ਼ਾਸਨ ਦਾ ਵਿਸ਼ੇਸ਼ ਪ੍ਰਾਵਧਾਨ ਹੈ? ਠੀਕ ਹੈ, ਤਾਂ ਇਸ ਦਾ ਆਂਸਰ ਹੈਗਾ ਆਪਣੇ ਕੋਲ ਤੀਸਰੀ ਅਨੁਸੂਚੀ ਦੇ ਵਿੱਚ। ਠੀਕ ਹੈ, ਅੱਜ ਦਾ ਲਾਸਟ ਕੁਐਸਚਨ, ਯੂਨੀਫਾਰਮ ਸਿਵਲ ਕੋਡ ਦਾ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਉਲੇਖ ਕੀਤਾ ਗਿਆ ਹੈ? ਤਾਂ 44ਵੇਂ ਅਨੁਛੇਦ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦਾ ਉਲੇਖ ਕੀਤਾ ਗਿਆ ਹੈ। ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਹੋਪਸੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਦੋਸਤੋ ਤੁਸੀਂ ਜੇਕਰ ਇਸ ਚੈਨਲ ਨੂੰ ਹੋਪਸੋ ਤੁਹਾਨੂੰ